ਜਦੋਂ 2017 ਚ ਅਰਦਾਸ ਕੀਤੀ ਸੀ ਤਾਂ ਅਸੀਂ ਇੱਕ ਏਜੰਡਾ ਸੀਗਾ ਦਿੱਤਾ, ਜਿਹੜੀਆਂ ਨਫ਼ਰਤੀ ਪਰੇਡਾਂ ਹੋ ਰਹੀਆਂ ਪੰਜਾਬ ਦੇ ਬਾਰਡਰ ਤੇ ਜੀ ਇਹ ਬੰਦ ਕਰਨ ਦੀ ਲੋੜ ਹੈ। ਰੋਜ਼ ਸ਼ਾਮ ਨੂੰ ਪਰੇਡ ਹੁੰਦੀ ਹੈ ਜਿੰਦਾਬਾਦ ਮੁਰਦਾਬਾਦ ਵਾਲੀ। ਪੰਜਾਬ ਦੇ ਲੋਕਾਂ ਨੂੰ ਸਰਕਸ ਦਾ ਹਿੱਸਾ ਬਣਾਇਆ ਜਾ ਰਿਹਾ। ਕਿਤੇ ਨਾ ਕਿਤੇ ਰਾਜਨੀਤੀ ਇਸ ਖਿੱਤੇ ਦੇ ਵਿੱਚ ਲੋਕਾਂ ਦੀ ਭਾਵਨਾਵਾਂ ਨੂੰ ਸਮਝਣ ਦੇ ਵਿੱਚ ਨਾਕਾਮ ਰਹੀ ਹੈ। ਇਹਨਾਂ 70-75 ਸਾਲਾਂ ਦੇ ਵਿੱਚ ਲੱਖਾਂ ਲੋਕ ਅਜਿਹੇ ਸੀ ਜਿਹੜੇ ਆਪਣੇ ਘਰਾਂ ਨੂੰ ਚਿੱਤੇ ਕਰਦੇ ਇਸ ਦੁਨੀਆ ਤੋਂ ਚਲੇ ਗਏ। ਇਹੀ ਭਾਵਨਾ ਤੋਂ ਅਸੀਂ ਇੱਕ ਕੰਮ ਕਰਦੇ ਪਏ ਹਾਂ ਵੀ ਇਹ ਲੋਕਾਂ ਦੀ ਮੰਗ ਬਣਾਉਣੀ ਹੈ। ਜਦੋਂ ਲੋਕਾਂ ਦੀ ਮੰਗ ਹੋਊਗੀ ਸਰਕਾਰਾਂ ਆਪਣੇ ਆਪ ਹੀ ਮਜਬੂਰ ਹੋ ਜਾਣਗੀਆਂ। ਐਡੀ ਅਸੰਭਵਤਾ ਵਾਲੀ ਗੱਲ ਨਹੀਂ ਹੈਗੀ। ਜੇ ਸਾਡੇ ਪ੍ਰਧਾਨ ਮੰਤਰੀ ਜੀ ਉਹ ਨਵਾਜ਼ ਸ਼ਰੀਫ ਉਹਨਾਂ ਦੇ ਪਰਿਵਾਰਕ ਫੰਕਸ਼ਨ 'ਚ ਜਾ ਸਕਦੇ ਆ ਤੇ ਆਮ ਲੋਕਾਂ ਦੇ ਵੀ ਹੱਕ ਹੈਗੇ ਆ। ਸੋ ਅਸੀਂ ਮਤਲਬ ਇਹ ਡਿਮਾਂਡ 17 ਤੋਂ ਹੀ ਕਰਦੇ ਆ ਰਹੇ ਹਾਂ ਤੇ ਉਸ ਚੀਜ਼ ਨੂੰ ਇਸ ਵਾਰ ਬੂਰ ਪਿਆ ਹੈ ਜੋ ਅਕਾਲ ਤਖਤ ਸਾਹਿਬ ਨੇ ਐਕਸੈਪਟ ਕੀਤਾ ਹੈ। ਤਾਂ ਸਾਡੇ ਲਈ ਇਹ ਹੋ ਜਾਏਗਾ ਵੀ ਦੁਨੀਆ ਨੂੰ ਇਹ ਦੱਸਣਾ ਸੌਖਾ ਹੋ ਜਾਏਗਾ ਜਥੇਦਾਰ ਸਾਹਿਬ ਦੇ ਸ਼ਬਦਾਂ ਦੇ ਵਿੱਚ ਅਸੀਂ ਚਾਹੁੰਦੇ ਕੀ ਹਾਂ। 15 ਅਗਸਤ ਤੋਂ ਬਾਅਦ ਇੱਥੇ ਰੈੱਡ ਕਲਿਫ ਬਣ ਗਈ। ਰੈੱਡ ਕਲਿਫ ਤੋਂ ਇਲਾਵਾ ਵੀ ਪੰਜਾਬ ਦੀ ਇੱਕ ਆਪਣੀ ਆਇਡੈਂਟੀਟੀ ਹੈ। ਪੰਜਾਬ ਤਾਂ ਪੰਜਾਬ ਹੈ, ਚਾਹੇ ਉਹ ਈਸਟ ਹੈ ਜਾਂ ਵੈਸਟ ਹੈ। ਇੱਕ ਸਾਡਾ ਡਾਈਵਰਸ ਕਲਚਰ ਹੈ। ਕਿਸੇ ਵੀ ਤਰ੍ਹਾਂ ਨੁਕਸਾਨ ਜਾਂ ਮਿਟਣਾ ਨਹੀਂ ਚਾਹੀਦਾ ਜੀ। ਉਹ ਪਛਾਣ ਨੂੰ ਐਕਸੈਪਟ ਕਰਦੇ ਹੋਏ ਵੀ ਸਾਨੂੰ ਇਸ ਡਾਈਵਰਸ ਕਲਚਰ ਨੂੰ ਅੱਗੇ ਵਧਾਉਣਾ ਚਾਹੀਦਾ। 1947 ਵਿੱਚ ਦੇਸ਼ ਆਜ਼ਾਦ ਹੋਇਆ, ਪਰ ਸੱਚ ਇਹ ਹੈ ਕਿ ਆਜ਼ਾਦੀ ਦੇ ਨਾਲ-ਨਾਲ ਇੱਕ ਵੱਡਾ ਉਜਾੜਾ ਵੀ ਹੋਇਆ। 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨਾਂ ਤੋਂ ਹੱਥ ਧੋਇਆ। ਇਸ ਕਤਲੋਗਾਹ ਦੇ ਢੇਰ ਤੇ 2 ਮੁਲਕ ਉਸਾਰੇ ਗਏ, ਪਰ ਪੰਜਾਬ ਨੇ ਇਸ ਪੀੜ ਨੂੰ ਆਪਣੇ ਤਨ ਤੇ ਹੰਢਾਇਆ। ਜੋ ਚੀਜ਼ 75 ਸਾਲਾਂ ਤੋਂ ਬਾਅਦ ਅੱਜ ਵੀ ਬਰਕਰਾਰ ਹੈ, ਅੱਜ ਵੀ ਸੰਘਰਸ਼ ਜਾਰੀ ਹੈ। ਇਸ ਆਜ਼ਾਦੀ ਨੂੰ ਜਾਂ ਕਹਿ ਲਈਏ ਇਸ ਉਜਾੜੇ ਨੂੰ ਅੱਜ 75 ਸਾਲ ਬੀਤ ਚੁੱਕੇ ਨੇ, ਪਰ ਪੰਜਾਬ ਤੇ ਪੰਜਾਬੀਅਤ ਦੀ ਸਿਰਫ ਇੰਨੀ ਕੁ ਤਮੰਨਾ ਹੈ ਕਿ ਉਹਨਾਂ ਨੂੰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਆਗਿਆ ਹੋਵੇ, ਆਉਣ ਜਾਣ ਵਾਲਿਆਂ ਤੇ ਕਿਸੇ ਕਿਸਮ ਦੀ ਰੋਕ ਟੋਕ ਨਾ ਹੋਵੇ, ਸਫ਼ਰ ਕਰਨ ਵਾਲਿਆਂ ਨੂੰ ਕਿਸੇ ਕਿਸਮ ਦੀ ਸ਼ੱਕ ਦੀ ਨਜ਼ਰ ਦੇ ਨਾਲ ਨਾ ਦੇਖਿਆ ਜਾਵੇ। ਬਹਿਰਹਾਲ ਸਿੱਖਾਂ ਦੇ ਸਿਰਮੌਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੇ ਵਿਛੜੀਆਂ ਰੂਹਾਂ ਦੇ ਦਰਦ ਨੂੰ ਸਮਝਦਿਆਂ ਇਹ ਫੈਸਲਾ ਕੀਤਾ ਹੈ ਕਿ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਅਰਦਾਸ ਕੀਤੀ ਜਾਏਗੀ। ਉਜਾੜੇ ਦੀ ਦਾਸਤਾਨ ਨੂੰ ਸਮਝਣ ਦੇ ਲਈ ਔਰ ਇਸ ਦਰਦ ਨੂੰ, ਇਸ ਵੰਡ ਨੂੰ ਸਮਝਣ ਲਈ ਗੰਗਵੀਰ ਰਾਠੌਰ ਹੋਰਾਂ ਦੇ ਨਾਲ ਗੱਲਬਾਤ ਲਾਜ਼ਮ ਹੈ, ਕਿਉਂਕਿ ਗੰਗਵੀਰ ਰਾਠੌਰ ਹੋਰੀ ਉਸ ਸ਼ਹਿਰ ਤੋਂ ਯਾਨੀ ਕਿ ਰਾਹੋਂ ਤੋਂ ਬਿਲੋਂਗ ਕਰਦੇ ਨੇ ਜਿਸ ਸ਼ਹਿਰ ਨੇ ਉਜਾੜੇ ਦੇ 75 ਸਾਲ ਤੋਂ ਬਾਅਦ ਵੀ ਮੋਹ ਦੀਆਂ ਤੰਦਾਂ ਨੂੰ ਟੁੱਟਣ ਨਹੀਂ ਦਿੱਤਾ। ਔਰ ਨਾਲੋਂ ਨਾਲ 2017 ਦੇ ਮੁਆਫੀਨਾਮੇ ਦੇ ਵਿੱਚ ਇਹਨਾਂ ਦੀ ਇੱਕ ਬਿਹਤਰੀਨ ਕਾਰਜਗੁਜ਼ਾਰੀ ਰਹੀ ਹੈ। ਸੋ ਬਿਨਾਂ ਕਿਸੇ ਦੇਰੀ ਤੋਂ ਤੁਹਾਡੀ ਮੁਲਾਕਾਤ ਗੰਗਵੀਰ ਰਾਠੌਰ ਹੋਰਾਂ ਨਾਲ ਕਰਵਾਉਂਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਸ ਉਜਾੜੇ ਨੂੰ ਜਾਂ ਕਹਿ ਲਈਏ ਕਿ 75 ਸਾਲ ਹੋ ਗਏ ਆਜ਼ਾਦੀ ਨੂੰ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ 15 ਅਗਸਤ ਜਾਂ 14 ਅਗਸਤ 1947 ਨੂੰ ਜਿਹੜਾ ਉਜਾੜਾ ਹੋਇਆ ਜੀ, ਉਹਦਾ ਜਿਹੜਾ ਮੁੱਖ ਸਿਧਾਂਤ ਸੀਗਾ ਉਹ 2 ਕੌਮੀ ਸਿਧਾਂਤ ਸੀਗਾ ਜੀ। ਤੇ ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਬਾਹਰ ਤੇ ਪੰਜਾਬੀਆਂ ਵੱਲੋਂ ਨਹੀਂ ਸਿਰਜਿਆ ਗਿਆ, ਇਹ ਪੰਜਾਬ ਦੀ ਧਰਤੀ ਤੋਂ ਬਾਹਰ ਯੂਪੀ ਵਿੱਚ ਸਿਰਜਿਆ ਗਿਆ ਜੀ। ਪਰ ਇਸ ਦਾ ਜਿਹੜਾ ਸੰਤਾਪ ਸੀਗਾ ਉਹ ਪੰਜਾਬ ਨੂੰ ਝੱਲਣਾ ਪਿਆ ਜੀ। ਹੁਣ ਜੇ ਇੰਡੀਆ ਜਾਂ ਪਾਕਿਸਤਾਨ 2 ਕੌਮੇਤਾਂ ਜਾਂ ਨੇਸ਼ਨ ਸਟੇਟਾਂ ਖੜੀਆਂ ਜੀ, ਉਹਦੇ ਵਿੱਚ ਆਪਾਂ ਜੇ ਸੋਚ ਲਈਏ ਵੀ ਕੋਈ ਪੰਜਾਬ ਦੀ ਆਇਡੈਂਟੀਟੀ ਹੈ ਇਹਨੂੰ ਖਤਮ ਕਰਕੇ ਦੇਖਿਆ ਜਾਊਗਾ ਜੀ, ਤਾਂ ਮੈਨੂੰ ਲੱਗਦਾ ਵੀ ਇਸ ਪੂਰੇ ਖਿੱਤੇ ਦੇ ਸੱਭਿਆਚਾਰ ਤੇ ਪਛਾਣ ਨਾਲ ਇੱਕ ਧੱਕਾ ਹੋਊਗਾ ਜੀ। ਰੈੱਡ ਕਲਿਫ ਤੋਂ ਇਲਾਵਾ ਵੀ ਪੰਜਾਬ ਦੀ ਇੱਕ ਆਪਣੀ ਆਇਡੈਂਟੀਟੀ ਹੈ। ਠੀਕ ਹੈ, 15 ਅਗਸਤ ਤੋਂ ਬਾਅਦ ਇੱਥੇ ਰੈੱਡ ਕਲਿਫ ਬਣ ਗਈ ਜੀ, ਪਰ ਪੰਜਾਬ ਤਾਂ ਪੰਜਾਬ ਹੈ, ਚਾਹੇ ਉਹ ਈਸਟ ਹੈ ਜਾਂ ਵੈਸਟ ਹੈ। ਤਾਂ ਪੰਜਾਬ ਦੀ ਇੱਕ ਪਛਾਣ ਹੈ, ਸੱਭਿਆਚਾਰ ਹੈ, ਇੱਕ ਸਾਂਝੀ ਵਿਰਾਸਤ ਹੈ ਜੀ। ਤਾਂ ਸਾਨੂੰ ਇਹੀ ਲੱਗਦਾ ਵੀ 75 ਸਾਲਾਂ ਦੇ ਵਿੱਚ ਜਿਹੜਾ 2 ਕੌਮੀ ਨੇਸ਼ਨ ਹੈ ਜਾਂ ਇੱਕ ਕੌਮੀਅਤਾਂ ਦਾ ਸਿਧਾਂਤ ਹੈ, ਉਹਦੇ ਵਿੱਚ ਪੰਜਾਬ ਦੀ ਜਿਹੜੀ ਪਛਾਣ ਹੈ, ਇੱਕ ਸਾਡਾ ਡਾਈਵਰਸ ਕਲਚਰ ਹੈ ਜੀ, ਉਹ ਕਿਸੇ ਵੀ ਤਰ੍ਹਾਂ ਨੁਕਸਾਨ ਜਾਂ ਮਿਟਣਾ ਨਹੀਂ ਚਾਹੀਦਾ ਜੀ। ਉਹ ਪਛਾਣ ਨੂੰ
ਐਕਸੈਪਟ ਕਰਦੇ ਹੋਏ ਵੀ ਸਾਨੂੰ ਇਸ ਡਾਈਵਰਸ ਕਲਚਰ ਨੂੰ ਅੱਗੇ ਵਧਾਉਣਾ ਚਾਹੀਦਾ। ਜੀ 75 ਸਾਲ ਹੋ ਗਏ ਸਾਨੂੰ ਆਜ਼ਾਦੀ ਮਿਲਿਆ, ਪਰ ਪੰਜਾਬ ਤਾਂ ਇਸ ਨੂੰ ਉਜਾੜੀ ਦੀ ਤਰ੍ਹਾਂ ਹੀ ਦੇਖ ਰਿਹਾ ਹੈ, ਕਿਉਂਕਿ ਹਾਲੇ ਵੀ ਸਾਡੇ ਲੋਕਾਂ ਦੇ ਮਨ ਤੇ ਤਨ ਤੇ ਜਿਹੜੇ ਫੱਟ ਨੇ ਉਹ ਅੱਲੇ ਨੇ। ਸਿਆਸਤ ਇਸ ਚੀਜ਼ ਨੂੰ ਕਿਵੇਂ ਸਮਝੇ, ਕੀ ਸਮਝਦੇ ਹੋ? ਦੇਖੋ, ਸਿਆਸਤ ਜਿਹੜਾ ਹੈ ਨਾ, ਸਿਆਸਤ ਬਹੁਤ ਜ਼ਿਆਦਾ ਰਿਜਿਡ ਹੋ ਗਈ ਹੈ ਜੀ। ਅਸੀਂ ਮਤਲਬ ਹਮੇਸ਼ਾ ਗੱਲ ਕਰਦੇ ਹੁੰਦੇ ਆ ਕਿ ਯੂਰਪ ਸੀਗਾ, ਉਹਨੇ ਦੁਨੀਆ ਨੂੰ 2 ਆਲਮੀ ਜੰਗਾਂ ਦਿੱਤੀਆਂ, ਪਰ ਆਲਮੀ ਜੰਗਾਂ ਤੋਂ ਬਾਅਦ ਵੀ ਉਹਨਾਂ ਨੇ ਆਪਸ 'ਚ ਬਾਰਡਰ ਖੋਲ੍ਹ ਲਏ ਆ, ਉਹ ਇੱਕ ਯੂਰੋ ਜ਼ੋਨ 'ਚ ਆ ਗਏ ਆ। ਵੀ ਸਾਡੀ ਤਾਂ ਐਡੀ ਕੋਈ ਆਲਮੀ ਜੰਗ ਵਾਲਾ ਮਸਲਾ ਵੀ ਨਹੀਂ ਸੀ, ਠੀਕ ਆ, ਆਪਾਂ ਲੜੇ ਹੈਗੇ ਆ, ਪਰ ਉਸ ਤੋਂ ਬਾਅਦ ਵੀ ਆਪਾਂ ਨੂੰ ਜੋ ਸਾਊਥ ਏਸ਼ੀਆ ਹੈ, ਇਹਦੀ ਜਿਹੜੀ ਆਉਣ ਵਾਲੀ ਨਸਲਾਂ ਦੀ ਤਰੱਕੀ ਲਈ ਜੀ ਸਾਨੂੰ ਕੋਈ ਨਾ ਕੋਈ ਮਾਡਲ ਦੇਣਾ ਚਾਹੀਦਾ। ਪਰ ਇਹ ਸਰਕਾਰਾਂ ਜਦੋਂ ਆਮ ਲੋਕਾਂ ਦੀ ਇਹ ਡਿਮਾਂਡ ਆ ਜਾਂ ਇੱਛਾ ਹੈ, ਉਹਨੂੰ ਰਾਸ਼ਟਰਵਾਦ ਦੇ ਖਾਕੇ 'ਚ ਹੀ ਦੇਖਦੀਆਂ ਵੀ ਉਹਨਾਂ ਨੂੰ ਲੱਗਦਾ ਵੀ ਆਹ ਜਿਹੜੇ ਬੰਦੇ ਗੱਲ ਕਰਦੇ ਆ ਵੀ ਇਹ ਦੇਸ਼ ਦਰੋਹੀ ਹੈ ਜਾਂ ਗੱਦਾਰ ਹੈ, ਦੋਨੀ ਪਾਸੇ ਹੈ ਇਹੋ ਜਿਹਾ ਹੋ ਰਿਹਾ। ਤਾਂ ਮੈਨੂੰ ਲੱਗਦਾ ਵੀ ਉਹ ਆਮ ਲੋਕਾਂ ਦੀ ਜਿਹੜੀ ਇੱਕ ਭਾਵਨਾ ਹੈ, ਉਹਦੇ ਵਿੱਚ ਕੋਈ ਰਾਜਨੀਤੀ ਨਹੀਂ ਹੈ, ਇੱਕ ਉਹਨਾਂ ਦੀਆਂ ਇੱਕ ਕੋਮਲ ਭਾਵਨਾਵਾਂ ਹੈ, ਉਹਨੂੰ ਨਹੀਂ ਐਡਰੈਸ ਕਰ ਪਾ ਰਹੀ। ਕਿਤੇ ਨਾ ਕਿਤੇ ਰਾਜਨੀਤੀ ਇਸ ਖਿੱਤੇ ਦੇ ਵਿੱਚ ਲੋਕਾਂ ਦੀ ਭਾਵਨਾਵਾਂ ਨੂੰ ਸਮਝਣ ਦੇ ਵਿੱਚ ਨਾਕਾਮ ਰਹੀ ਹੈ। ਜੀ ਇਸ ਉਪਰੰਤ ਜੇਕਰ ਅਸੀਂ ਗੱਲ ਕਰੀਏ ਕਿ ਜੋ ਅਕਾਲ ਤਖਤ ਸਾਹਿਬ ਦਾ ਜੋ ਹੁਣ ਫਰਮਾਨ ਆਇਆ ਹੈ ਕਿ ਉਜਾੜੇ ਦੀ ਜਿਹੜੀ ਦਾਸਤਾਨ ਹੈ ਜਾਂ ਇਸ ਦਰਦ ਨੂੰ ਸਮਝਦਿਆਂ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਅਖੰਡ ਪਾਠ ਸਾਹਿਬ ਕਰਾਏ ਜਾਣਗੇ, ਅਰਦਾਸ ਕੀਤੀ ਜਾਏਗੀ, ਇਸ ਚੀਜ਼ ਦਾ ਇਫੈਕਟ ਕਿਸ ਤਰ੍ਹਾਂ ਦਾ ਪੈਣ ਵਾਲਾ ਹੈ? ਦੇਖੋ, ਇਹ ਬਹੁਤ ਵੱਡਾ ਫੈਸਲਾ ਹੈ ਤੇ ਬਹੁਤ ਵੱਡੀ ਸ਼ੁਰੂਆਤ ਹੈ ਆਪਣੇ ਆਪ 'ਚ। ਅਸੀਂ 2017 ਨੂੰ ਇਹ ਇਨੀਸ਼ੀਏਟਿਵ ਸ਼ੁਰੂ ਕੀਤਾ ਸੀਗਾ, ਜਦੋਂ ਅਸੀਂ ਲੋਕਾਂ ਦੇ ਤੌਰ 'ਤੇ, ਆਮ ਲੋਕਾਂ ਦੇ ਤੌਰ 'ਤੇ ਇੱਕ ਸਮੂਹਿਕਤਾ ਦੇ ਵਿੱਚ ਵੰਡ ਦੀ ਇੱਕ ਮਾਫੀਨਾਮਾ ਤੇ ਅਰਦਾਸ ਕੀਤੀ ਸੀ। ਜੀ ਉਸ ਤੋਂ ਬਾਅਦ ਅਸੀਂ ਲਗਾਤਾਰ ਅਰਦਾਸ ਕਰਦੇ ਆ ਰਹੇ ਹਾਂ। ਇੱਥੇ ਕੇਂਦਰੀ ਸਿੰਘ ਸਭਾ ਚੰਡੀਗੜ੍ਹ 'ਚ ਅਰਦਾਸ ਹੁੰਦੀ ਹੈ, ਹਰ ਸਾਲ ਕਰਦੇ ਹਾਂ, ਤੇ ਵੱਖ-ਵੱਖ ਥਾਵਾਂ 'ਤੇ ਅਸੀਂ ਕਰਦੇ ਹਾਂ। ਤੇ ਹੁਣ 75ਵਾਂ ਸਾਲ ਆ ਰਿਹਾ ਸੀਗਾ, ਤੇ ਸਾਡੀ ਵੀ ਇੱਛਾ ਸੀਗੀ ਵੀ ਇਹ ਇੱਕ ਵੱਡਾ ਸੁਨੇਹਾ ਜਾਣਾ ਚਾਹੀਦਾ, ਤੇ ਅਸੀਂ ਵੀ ਮਤਲਬ ਤੇ ਨਾਲ ਸਾਡੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਵੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸਾਹਿਬ ਤੱਕ ਇਹ ਅਪੀਲ ਵੀ ਪਹੁੰਚਾਈ ਸੀ ਜੀ। ਤੇ ਸਾਨੂੰ ਲੱਗਦਾ ਵੀ ਬਹੁਤ ਵੱਡਾ ਫੈਸਲਾ ਹੈ ਜੀ, ਕਿਉਂਕਿ 75ਵਾਂ ਸਾਲ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਦੇਖਿਆ ਜਾਊਗਾ। 50ਵੇਂ ਤੋਂ ਬਾਅਦ 75ਵਾਂ ਸਾਲ, 74ਵਾਂ ਜਾਂ 76ਵੇਂ ਦਾ ਕੋਈ ਐਡਾ ਸੁਨੇਹਾ ਨਹੀਂ ਜਾਊਗਾ। 75 ਸਾਲ ਬਾਅਦ ਜੇ ਅੱਜ ਪੰਜਾਬ ਦੀ ਧਰਤੀ ਤੋਂ ਆਪਣੇ 10 ਲੱਖ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਤਾਂ ਦੁਨੀਆ ਨੂੰ ਹੀ ਇਹਦਾ ਵੱਡਾ ਸੁਨੇਹਾ ਜਾ ਰਿਹਾ ਵੀ ਇਸ ਪੂਰੇ ਨੇਸ਼ਨ ਸਟੇਟ ਦੇ ਵਿੱਚ ਜਿਹੜੇ ਇੱਕ ਨਫ਼ਰਤੀ ਪ੍ਰਸਾਰ ਹੈ, ਉਹਦੇ ਵਿੱਚ ਜਿਹੜਾ ਪੰਜਾਬ ਹੈ ਉਹ ਕਿਸ ਤਰ੍ਹਾਂ ਦੇਖ ਰਿਹਾ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਇੱਕ ਇਤਿਹਾਸਿਕ ਕਦਮ ਹੈ, ਸ਼ਲਾਘਾਯੋਗ ਫੈਸਲਾ ਹੈ, ਤੇ ਦੁਨੀਆ ਨੂੰ ਪੰਜਾਬ ਨੂੰ ਸਮਝਣ ਲਈ ਇੱਕ ਨਵੀਂ ਚੇਤਨਾ ਦੇਵੇਗਾ ਜੀ। ਲੋਕਾਂ ਦੇ ਮਨਾਂ ਦੇ ਵਿੱਚ ਬੜੇ ਕਿਸਮ ਦੇ ਖਦਸ਼ੇ ਰਹਿੰਦੇ ਨੇ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਟ੍ਰੈਜੇਡੀ ਇਹ ਹੈ ਜੋ ਲੋਕਾਂ ਦੇ ਮਨ ਦੇ ਵਿੱਚ ਅਕਸਰ ਇਹ ਉਧੇੜ-ਬੁਣ ਰਹਿੰਦੀ ਹੈ ਕਿ ਅਸੀਂ ਜੇਕਰ ਸਭ ਤੋਂ ਪਹਿਲਾਂ ਕਿਸੇ ਦੇਸ਼ ਦੀ ਯਾਤਰਾ ਕਰਨੀ ਹੈ ਤਾਂ ਇਹ ਸਾਨੂੰ ਸ਼ੋਰ ਕਰ ਲੈਣਾ ਚਾਹੀਦਾ ਕਿ ਉਹ ਪਾਕਿਸਤਾਨ ਨਾ ਹੋਵੇ, ਕਿਉਂਕਿ ਵੀਜ਼ਾ ਜੇਕਰ ਸਾਨੂੰ ਪਾਕਿਸਤਾਨ ਦਾ ਇੱਕ ਮਰਤਬਾ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਮੰਨਣਾ ਹੈ ਕਿ ਏਜੰਸੀਆਂ ਦੇ ਦੁਆਰਾ ਤੁਸੀਂ ਟਰੈਪ ਕੀਤੇ ਜਾਂਦੇ ਹੋ, ਤੁਹਾਡੀ ਲੋਕੇਸ਼ਨਸ ਜਿਹੜੀਆਂ ਨੇ ਉਹ ਟਰੈਪ ਕੀਤੀਆਂ ਜਾਂਦੀਆਂ, ਜਾਂ ਤੁਹਾਨੂੰ ਹੋਰ ਕਿਸੇ ਕੰਟਰੀ ਦਾ ਵੀਜ਼ਾ ਜਿਹੜਾ ਉਹ ਆਸਾਨੀ ਨਾਲ ਨਹੀਂ ਮਿਲਦਾ। ਕੀ ਸਮਝਦੇ ਹੋ? ਦੇਖੋ, ਇਹਦੇ ਬਾਰੇ ਤਾਂ ਜ਼ਿਆਦਾ ਅਫਵਾਹਾਂ ਵੀ ਹੈ ਜੀ, ਤੇ ਇੱਕ ਡਰ ਵੀ ਹੈ ਜਿਹੜਾ ਮੈਨੂੰ ਲੱਗਦਾ ਵੀ ਦੋਹਾਂ ਪਾਸੇ ਕ੍ਰੀਏਟ ਕੀਤਾ ਗਿਆ ਜੀ। ਕੋਈ ਬੰਦਾ ਪਾਕਿਸਤਾਨ ਤੋਂ ਇੱਧਰ ਆਉਂਦਾ, ਉਸ 'ਤੇ ਵੀ ਉਨੀ ਹੀ ਨਜ਼ਰ ਰੱਖੀ ਜਾਂਦੀ ਹੈ ਵੀ ਜਿੰਨਾ ਇੱਧਰੋਂ ਕੋਈ ਬੰਦਾ ਜਾ ਕੇ ਆਉਂਦਾ ਤੇ ਉੱਤੇ ਏਜੰਸੀਆਂ ਨਜ਼ਰ ਰੱਖਦੀਆਂ। ਠੀਕ ਹੈ, ਉਹਨਾਂ ਨੂੰ ਲੱਗਦਾ ਵੀ ਸੁਰੱਖਿਆ ਪੱਖ ਤੋਂ ਕੁਝ ਹੋ ਸਕਦਾ ਹੈ, ਪਰ ਆਮ ਲੋਕਾਂ ਦੇ ਵਿੱਚ ਕੋਈ ਇਹੋ ਜਿਹੀ ਭਾਵਨਾ ਨਹੀਂ ਹੈਗੀ ਵੀ ਜਿੱਥੇ ਹਰ ਵਾਰੀ ਉਹਨੂੰ ਸੁਰੱਖਿਆ ਦੇ ਤੌਰ 'ਤੇ ਜਾਂ ਇੱਕ ਡਰ ਦਾ ਮਾਹੌਲ ਜਿਹੜਾ ਦਿੱਤਾ ਜਾ ਰਿਹਾ। ਤਾਂ ਸਾਡੀ ਤਾਂ ਦੋਹਾਂ ਸਰਕਾਰਾਂ ਨੂੰ ਇਹ ਬੇਨਤੀ ਹੋਈ ਹੈ ਵੀ ਇਹੋ ਜਿਹੀ ਜਿਹੜੀ ਭਾਵਨਾ ਹੈ ਉਹ ਖ਼ਤਮ ਕਰਨੀ ਚਾਹੀਦੀ ਹੈ। ਲੋਕ ਦੁਨੀਆ ਘੁੰਮਣ ਜਾਂਦੇ ਆ, ਸਾਰੀ ਦੁਨੀਆ 'ਚ ਜਾਂਦੇ ਆ, ਤੇ ਜੇਕਰ ਕਿਸੇ ਮੁਲਕ ਨੇ ਉਹਨਾਂ ਨੂੰ ਖਰਾਬ ਕਰਨਾ ਹੈ ਤੇ ਉਹ ਤੀਸਰੇ ਮੁਲਕ ਦੀ ਜ਼ਮੀਨ 'ਤੇ ਵੀ ਇਹੋ ਜਿਹਾ ਕਰ ਸਕਦੇ ਆ ਜੀ। ਸੋ ਮੈਨੂੰ ਲੱਗਦਾ ਵੀ ਦੋਹਾਂ ਪਾਸਿਆਂ 'ਚੋਂ
ਘੱਟੋ ਘਟਾ ਜਿਹੜੀ ਹੈ ਸਮਝ ਹੈ ਇੱਕ ਦੂਸਰੇ ਲਈ, ਇਹ ਖਤਮ ਹੋਣੀ ਚਾਹੀਦੀ ਹੈ। ਤੇ ਸਰਕਾਰਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ, ਕਿਉਂਕਿ ਕਾਰਨ ਕੀ ਹੈ ਕਿ ਦੁਨੀਆ ਦਾ ਜਿਹੜਾ ਹੁਣ ਕੀ ਆ ਰਿਹਾ ਹੈ, ਗਲੋਬਲਾਈਜੇਸ਼ਨ ਆ ਗਈ ਹੈ, ਬਾਰਡਰ ਟੁੱਟ ਰਹੇ ਹੈ। ਅਸੀਂ ਜੇ ਆਪਣੇ ਗੁਆਂਢ ਚੋਂ ਹੀ, ਸਾਊਥ ਏਸ਼ੀਆ ਚੋਂ ਅਸੀਂ ਆਪਸ 'ਚ ਸਾਰੇ ਆਈਸੋਲੇਟ ਹੋ ਕੇ ਬੈਠਾਂਗੇ ਜੀ, ਤਾਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਆਪਦੇ ਬਾਜ਼ਾਰ ਦੇ ਵਿੱਚ ਐਸਟੈਬਲਿਸ਼ ਹੋ ਪਾਵਾਂਗੇ ਜਾਂ ਆਪਸ ਦੇ ਵਿੱਚ ਦੋਹਾਂ ਮੁਲਕਾਂ ਦੀ ਤਰੱਕੀ ਲਈ ਕੁਝ ਕਰ ਪਾਵਾਂਗੇ। ਸਾਡੇ ਜਿਹੜੇ ਬਿਜ਼ਨਸ ਹੈ ਜਾਂ ਕੁਝ ਵੀ ਇੱਥੋਂ ਜੋ ਆਪਾਂ ਆਪਣੇ ਖੁਦ ਸਿਟੀਜ਼ਨ ਫਾਇਦਾ ਲੈ ਸਕਦੇ ਆ ਸਾਰਕ ਦੇ, ਉਹ ਦੂਸਰੇ ਲੈ ਕੇ ਜਾਣਗੇ ਜੀ। ਸੋ ਇਸ ਕਰਕੇ ਸਰਕਾਰਾਂ ਨੂੰ ਇਸ ਪੱਖ ਤੋਂ ਸੋਚਣਾ ਚਾਹੀਦਾ ਹੈ, ਤੇ ਆ ਜਿਹੜਾ ਮਾਹੌਲ ਹੈ ਨਾ, ਡਰ ਦਾ ਮਾਹੌਲ ਹੈ, ਇਹ ਖਤਮ ਕਰਨਾ ਚਾਹੀਦਾ। ਮੈਨੂੰ ਲੱਗਦਾ ਖਤਮ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਔਰ 75 ਸਾਲ ਹੋ ਗਏ ਆ ਸਾਡੀਆਂ ਅਰਦਾਸਾਂ ਦੇ ਵਿੱਚ ਵੀ ਅਸੀਂ ਇਹੀ ਚੀਜ਼ ਨੂੰ ਸ਼ਾਮਿਲ ਕੀਤਾ ਕਿ ਸਾਨੂੰ ਗੁਰੂ ਧਾਮਾਂ ਦੇ ਜਿਹੜੇ ਖੁੱਲੇ ਦਰਸ਼ਨ ਦਿਦਾਰੇ ਚਾਹੀਦੇ ਨੇ। ਔਰ ਇਸ ਤੋਂ ਇਲਾਵਾ ਦੇਖਿਆ ਜਾਵੇ, ਬਾਬਾ ਫਰੀਦ ਬਹੁਤ ਵੱਡੀ ਐਗਜ਼ਾਮਪਲ ਨੇ, ਕਿਉਂਕਿ ਜਿਹੜੇ ਫਕੀਰ ਨੇ ਉਹਨਾਂ ਨੇ ਕਦੇ ਵੀ ਹੱਦਾਂ ਸਰਹੱਦਾਂ ਨੂੰ ਨਹੀਂ ਮੰਨਿਆ, ਤੇ ਅਸੀਂ ਹੱਦਾਂ ਸਰਹੱਦਾਂ ਹੀ ਬੈਨ ਕਰ ਦਿੱਤੀਆਂ ਕਿ ਤਾਂ ਕਿ ਉਹਨਾਂ ਦੇ ਪੈਰੋਕਾਰ ਜਾਂ ਮੰਨਣ ਵਾਲੇ ਜਿਹੜੇ ਉਹ ਇੱਧਰ ਉੱਧਰ ਨਾ ਜਾ ਸਕਣ। ਸੋ ਬਹੁਤ ਵੱਡੀ ਇਤਰਾਜ਼ਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ, ਕਿਤੇ ਨਾ ਕਿਤੇ ਉਹਨਾਂ ਦੇ ਅਕੀਦੇ ਨੂੰ ਠੇਸ ਪਹੁੰਚਦੀ ਹੈ। ਬਾਬਾ ਫਰੀਦ ਸਾਂਝੇ ਸੂਫੀ ਫਕੀਰ ਹੋਏ ਨੇ, ਤੇ ਫਰੀਦਕੋਟ ਸਾਡਾ ਸਾਂਝਾ ਸੂਫੀਆਨਾ ਮਰਕਜ਼ ਹੈ, ਔਰ ਉਹਨਾਂ ਦਾ ਰੋਜ਼ਾ ਮੁਬਾਰਕ ਪਾਕਪਟਨ ਹੈ। ਸੋ ਹਾਲ ਹੀ ਉਹਨਾਂ ਦਾ ਥੋੜੇ ਦਿਨ ਹੋਇਆ ਕਿ ਜੋ ਉਰਸ ਹੈ ਬਾਬਾ ਜੀ ਦਾ ਲੰਘ ਕੇ ਗਿਆ ਹੈ। ਸੋ ਬਹੁਤ ਸਾਰੇ ਲੋਕ ਉੱਧਰ ਜਾਣਾ ਵੀ ਚਾਹੁੰਦੇ ਨੇ, ਜੋ ਜਾ ਕੇ ਵੀ ਆਉਂਦੇ ਨੇ, ਤੇ ਉਹ ਵੀ ਦੱਸਦੇ ਆ ਕਿ ਸਾਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੈਰ ਪੈਰ ਤੇ ਸਾਨੂੰ ਇਹ ਪ੍ਰੂਫ ਦੇਣਾ ਪੈਂਦਾ ਕਿ ਅਸੀਂ ਪਾਕਪਟਨ ਉਰਸ ਤੇ ਜਾ ਕੇ ਆਏ, ਔਰ ਇਹੀ ਜੋ ਸੇਮ ਚੀਜ਼ ਹੈ ਉਹ ਬਾਬਾ ਨਾਨਕ ਦੇ ਆਸਤਾਨੇ ਦੇ ਨਾਲ ਵੀ ਹੈ। ਦੇਖੋ, ਆਪਾਂ ਅਧਿਆਤਮਿਕਤਾ ਦੇ ਵਿੱਚ ਯਕੀਨ ਕਰਦੇ ਹਾਂ ਜੀ। ਜਿਹੜੀ ਦੋ ਕੌਮੀ ਸਿਧਾਂਤ ਹੈ ਜਾਂ ਰੈੱਡ ਕਲਿਫ ਹੈ ਜੀ, ਹੁਣ ਰੱਬ ਦੀ ਕਿਰਪਾ ਕਹਿ ਲਈਏ ਜਾਂ ਕੀ ਹੈ, ਉਹ ਇੱਕ ਥਾਂ ਆ ਕੇ ਰਿਜੈਕਟ ਹੋ ਜਾਂਦੀ ਆ। ਕਰਤਾਰਪੁਰ ਸਾਹਿਬ ਦੇਖ ਲਓ ਜੀ, ਸਿਰਫ ਬਾਰਡਰ ਤੋਂ 2-3 ਕਿਲੋਮੀਟਰ ਜੀ ਆਪਣਾ ਜਿਹੜਾ ਸਭ ਤੋਂ ਮੁਕੱਦਸ ਥਾਂ ਹੈ ਕਰਤਾਰਪੁਰ ਸਾਹਿਬ, ਉਸ ਪਾਸੇ ਰਹਿ ਜਾਂਦਾ ਹੈ। ਤੇ ਆਪਾਂ ਬਾਬਾ ਫਰੀਦ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਬਾਬਾ ਬ੍ਰਹਮ ਸ਼ੇਖ ਸਾਹਿਬ ਨੂੰ ਭੁੱਲ ਜਾਂਦੇ ਹਾਂ, ਜਿਨ੍ਹਾਂ ਨੇ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੂੰ ਸੌਂਪੀ ਸੀ। ਬਿਲਕੁਲ, ਉਹਨਾਂ ਦੀ ਜਿਹੜੀ ਮਜ਼ਾਰ ਹੈ ਉਹ ਜ਼ੀਰੋ ਲਾਈਨ ਤੇ, ਉਹ ਭਾਰਤ ਵਾਲੇ ਪਾਸੇ ਹੈ, ਬਿਲਕੁਲ ਬਾਰਡਰ ਤੇ ਜੀ ਜੀ। ਅਸੀਂ ਜਦੋਂ 2017 ਚ ਅਰਦਾਸ ਕੀਤੀ ਸੀ ਤਾਂ ਅਸੀਂ ਇੱਕ ਏਜੰਡਾ ਸੀਗਾ ਦਿੱਤਾ, ਸਰਕਾਰ ਅੱਗੇ ਬੇਨਤੀ ਵੀ ਕੀਤੀ ਸੀ, ਤੇ ਸੰਸਦ ਦੇ ਵਿੱਚ ਡਾਕਟਰ ਗਾਂਧੀ ਰਾਹੀਂ ਵੀ ਇਸ ਸਵਾਲ ਚੱਕੇ ਸੀ ਵੀ ਜਿਹੜਾ ਇੱਕ ਤਾਂ ਜਿਹੜੀਆਂ ਨਫ਼ਰਤੀ ਪਰੇਡਾਂ ਹੋ ਰਹੀਆਂ ਪੰਜਾਬ ਦੇ ਬਾਰਡਰ ਤੇ, ਇਹ ਬੰਦ ਕਰਨ ਦੀ ਲੋੜ ਹੈ। ਦੂਸਰਾ, ਨਫ਼ਰਤੀ ਪਰੇਡਾਂ ਤੋਂ ਤੁਹਾਡਾ ਕੀ ਭਾਵ ਹੈ? ਜਿਹੜੀ ਰੋਜ਼ ਸ਼ਾਮ ਨੂੰ ਪਰੇਡ ਹੁੰਦੀ ਹੈ ਜਿੰਦਾਬਾਦ ਮੁਰਦਾਬਾਦ ਵਾਲੀ, ਜੋ ਅਟਾਰੀ ਜਾਂ ਬਾਘਾ ਬਾਰਡਰ ਤੇ ਹੁੰਦੀ ਹੈ, ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੂੰ ਸਰਕਸ ਦਾ ਹਿੱਸਾ ਬਣਾਇਆ ਜਾ ਰਿਹਾ। ਬਿਲਕੁਲ, ਇਹੋ ਜਿਹੇ ਚੀਜ਼ਾਂ ਦੀ ਲੋੜ ਨਹੀਂ ਹੈ। ਅਸੀਂ ਚਾਹੁੰਦੇ ਸੀ ਵੀ ਜਿਹੜੇ ਬਾਬਾ ਬ੍ਰਹਮ ਸ਼ੇਖ ਲਈ ਹੈ, ਇੱਕ ਲਾਂਘਾ ਕਰਤਾਰਪੁਰ 'ਚ ਬਣੇ ਜਿੱਥੇ ਲੋਕ ਬਿਨਾਂ ਪਾਸਪੋਰਟ ਤੋਂ ਆਮ ਬੇਰੋਕ ਟੋਕ ਹੋ ਕੇ ਜਾ ਸਕਣ। ਦੂਜਾ ਲਾਂਘਾ ਬਣੇ ਬਾਬਾ ਬ੍ਰਹਮ ਸ਼ੇਖ ਸਾਹਿਬ ਦੀ ਦਰਗਾਹ ਤੇ, ਕਿ ਉੱਧਰ ਦੇ ਲੋਕ ਆਣ ਤੇ ਆਪਣਾ ਮੱਥਾ ਟੇਕ ਕੇ ਉੱਥੋਂ ਚਲੇ ਜਾਣ ਜੀ। ਤੇ ਮਤਲਬ ਬੇਰੋਕ ਟੋਕ ਇਹ ਹੋਣਾ ਚਾਹੀਦਾ ਸੀ। ਦੂਸਰਾ ਸੀਗਾ ਸਾਡਾ ਇੱਕ ਏਜੰਡਾ ਵੀ ਜਿਹੜੇ ਲੋਕ ਮਤਲਬ 75 ਸਾਲ ਤੋਂ ਉੱਪਰਲੇ ਹੋ ਗਏ ਹੈ, ਜਿਹੜੇ ਆਪਣੇ ਉਮਰ ਦੇ ਆਖਰੀ ਪੜਾਅ ਤੇ ਬੈਠੇ ਹੈ, ਉਹਨਾਂ ਦੇ ਮਨ ਦੇ ਵਿੱਚ ਤੰਗ ਹੈ ਵੀ ਆਪਣਾ ਪਿੰਡ ਜਾਣਾ ਜਾਂ ਘਰ ਦੇਖ ਕੇ ਆਉਣਾ। ਹੁਣੀ ਆਪਾਂ ਦੇਖਦੇ ਹਾਂ ਵੀ ਹੁਣੀ ਬੀਬੀ ਰੀਨਾ ਸ਼ੱਬਰ ਉਹਨਾਂ ਦੀ ਆਪਾਂ ਕਹਾਣੀ ਦੇਖਦੇ ਹਾਂ ਜੀ। ਉਹ ਉਹਨਾਂ ਨੂੰ ਭਾਗ ਸੀਗਾ, ਸੁਭਾਗੇ ਸੀਗੇ ਕਿ ਉਹਨਾਂ ਨੂੰ ਮੌਕਾ ਮਿਲ ਗਿਆ, ਪਰ ਇਹਨਾਂ 70-75 ਸਾਲਾਂ ਦੇ ਵਿੱਚ ਲੱਖਾਂ ਲੋਕ ਅਜਿਹੇ ਸੀ ਜਿਹੜੇ ਆਪਣੇ ਘਰਾਂ ਨੂੰ ਚਿੱਤੇ ਕਰਦੇ ਇਸ ਦੁਨੀਆ ਤੋਂ ਚਲੇ ਗਏ। ਮੈਂ ਤੁਹਾਨੂੰ ਸਿੱਧਾ ਆਪਣਾ ਹੀ ਦੱਸਦਾ ਕਿ ਸਾਡੇ ਪਿੰਡ ਤੋਂ ਬੀਬੀ ਸੀਗੇ ਸ਼ਰੀਫਾ ਜੀ, ਮੰਡੀ ਬਹਾਉਦੀਨ ਬੈਠੇ ਸੀ, 95 ਸਾਲ ਦੀ ਉਮਰ 'ਚ ਪਿਛਲੇ ਸਾਲ ਉਹਨਾਂ ਦੀ ਡੈਥ ਹੋਈ ਹੈ। ਤੇ ਹਮੇਸ਼ਾ ਹੀ ਉਹਨਾਂ ਨੇ ਕਿਹਾ ਕਿ ਮੇਰਾ ਦੇਸ਼ ਰਾਹੂ। ਵਾਹ। ਤੇ ਉਹ ਪਿੰਡ ਨੂੰ ਚੇਤੇ ਕਰਦੇ ਕਰਦੇ ਤੇ ਮਨ 'ਚ ਤਾਂਘ ਲਏ ਹੋਏ ਵੀ ਕਿਸੇ ਦਿਨ ਆਪਣਾ ਘਰ ਦੇਖਣ ਜਾਵਾਂਗੇ, ਇਸ ਦੁਨੀਆ ਤੋਂ ਚਲੇ ਗਏ। ਹੁਣ ਉਹ ਲੋਕ ਵਿਚਾਰੇ ਨਦੀ ਕਿਨਾਰੇ ਰੁੱਖ ਹੈ, ਥੋੜ੍ਹੀ ਜਿਹੀ ਆਬਾਦੀ ਬਚੀ ਹੈ, ਤਾਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਜਿਹੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ।
ਵੀ ਜੇ ਆਪਾਂ ਦੁਨੀਆ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਮਨੁੱਖੀ ਹੱਕਾਂ ਦੇ ਚਾਰਟਰ ਫੋਲੋ ਕਰਦੇ ਆਂ, ਗੱਲਾਂ ਕਰਦੇ ਆਂ, ਵੀ ਉੱਥੇ ਅਜਿਹੇ ਲੋਕਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝੇ ਰੱਖਣਾ ਵੀ ਇੱਕ ਧੱਕਾ ਹੀ ਹੋਊਗਾ। ਬਿਲਕੁਲ। ਤੇ ਇਹ ਸਾਡੀ 2017 ਤੋਂ ਹੀ ਮੰਗ ਸੀਗੀ ਤੇ ਇਹ ਵੀ ਸੀਗਾ ਵੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਆਪਸ ਦੇ ਵਿੱਚ ਮੁਲਕਾਂ ਦਾ ਆਪਸੀ ਸਹਿਯੋਗ ਵਧੇ, ਵਪਾਰ ਖੜੇ ਹੋਣ, ਤਾਂ ਕਿ ਸਾਡੇ ਬੱਚਿਆਂ ਨੂੰ ਜਿਹੜੇ ਆ ਨਾ ਦੁਨੀਆ ਦੇ ਵਿੱਚ ਜਾਣ ਦੀ ਜ਼ਰੂਰਤ ਨਾ ਪਵੇ, ਉੱਥੇ ਜਲੀਲ ਵੀ ਹੁੰਦੇ ਆ। ਬਿਲਕੁਲ। ਵੀ ਅਸੀਂ ਆਪਸ 'ਚ ਇੱਕ ਦੂਜੇ ਦਾ ਯਕੀਨ ਬਹਾਲ ਕਰ ਲਈਏ ਤਾਂ ਮੈਨੂੰ ਲੱਗਦਾ ਵੀ ਦੱਖਣ ਏਸ਼ੀਆ ਮੁੜ ਕੇ ਇੱਕ ਵੱਡੀ ਪਾਵਰ ਜਾਂ ਇੱਕ ਆਰਥਿਕ ਪਾਵਰ ਤਾਂ ਬਣ ਜਾਏਗਾ ਜੀ। ਸੋ ਅਸੀਂ ਮਤਲਬ ਇਹ ਡਿਮਾਂਡ 17 ਤੋਂ ਹੀ ਕਰਦੇ ਆ ਰਹੇ ਹਾਂ ਤੇ ਉਸ ਚੀਜ਼ ਨੂੰ ਇਸ ਵਾਰ ਬੂਰ ਪਿਆ ਹੈ ਜੋ ਅਕਾਲ ਤਖਤ ਸਾਹਿਬ ਨੇ ਐਕਸੈਪਟ ਕੀਤਾ ਹੈ। ਤਾਂ ਸਾਡੇ ਲਈ ਇਹ ਹੋ ਜਾਏਗਾ ਵੀ ਦੁਨੀਆ ਨੂੰ ਇਹ ਦੱਸਣਾ ਸੌਖਾ ਹੋ ਜਾਏਗਾ ਜਥੇਦਾਰ ਸਾਹਿਬ ਦੇ ਸ਼ਬਦਾਂ ਦੇ ਵਿੱਚ ਅਸੀਂ ਚਾਹੁੰਦੇ ਕੀ ਹਾਂ। ਜੀ, ਜਿਸ ਤਰ੍ਹਾਂ ਤੁਸੀਂ ਰੀਨਾ ਛਾਬੜਾ ਦੀ ਗੱਲ ਕੀਤੀ ਜਾਂ ਸ਼ਰੀਫਾ ਔਰਤ ਦੀ ਗੱਲ ਕੀਤੀ, ਜਿਨ੍ਹਾਂ ਦੇ ਲਫ਼ਜ਼ ਐਗਜ਼ੈਕਟ ਇਹੀ ਸਨ ਕਿ ਰਾਹੋਂ ਮੇਰਾ ਦੇਸ਼ ਹੈ, ਤੇ ਰੀਨਾ ਛਾਬੜਾ ਹੋਰੀ ਜੋ ਹਾਲ ਹੀ ਖਬਰਾਂ ਦੇ ਵਿੱਚ ਕਾਫੀ ਪਪੂਲਰ ਹੋਏ ਨੇ, ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਇਹੀ ਸੀ ਕਿ ਰਾਵਲਪਿੰਡੀ ਮੇਰਾ ਦੇਸ਼ ਹੈ। ਤਾਂ ਕਿਤੇ ਨਾ ਕਿਤੇ ਜੋ ਦਿਲ ਨੇ ਜਾਂ ਮੋਹ ਦੀਆਂ ਤੰਦਾਂ ਨੇ ਉਹ ਹੱਦਾਂ ਸਰਹੱਦਾਂ ਨੂੰ ਕਦੇ ਵੀ ਨਹੀਂ ਮੰਨਦੀਆਂ, ਔਰ ਬਹੁਤ ਸਾਰੇ ਲੋਕ ਨੇ ਇਸ ਤਰ੍ਹਾਂ ਦੇ ਜੋ ਇਸ ਦੁਨੀਆ ਤੋਂ ਇਸ ਹੀ ਉਡੀਕ ਵਿੱਚ ਰੁਖਸਤ ਹੋ ਗਏ ਕਿ ਕੀ ਅਸੀਂ ਆਪਣਾ ਅਸਲ ਘਰ ਕਦੇ ਦੇਖ ਪਾਵਾਂਗੇ। ਅਸੀਂ ਅਕਸਰ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਜਿਹੜੇ ਵੈਬ ਚੈਨਲਸ ਨੇ ਉਹ ਇਸ ਤਰ੍ਹਾਂ ਦੀਆਂ ਖਬਰਾਂ ਨਸ਼ਰ ਕਰਦੇ ਰਹਿੰਦੇ ਨੇ, ਪ੍ਰੋਗਰਾਮਸ ਉਹ ਖਾਸ ਕਰਕੇ ਚਲਾਉਂਦੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵਿਊਅਰਸ਼ਿਪ ਵੀ ਮਿਲਦੀ ਹੈ ਕਿਉਂਕਿ ਲੋਕ ਇਹਨਾਂ ਦੋਵਾਂ ਚੀਜ਼ਾਂ ਨਾਲ ਜੁੜੇ ਹੋਏ ਨੇ, ਜਾਂ ਉਹ ਚਾਹੁੰਦੇ ਨੇ ਕਿ ਸਾਨੂੰ ਹੋ ਸਕਦਾ ਸਾਡਾ ਜੱਦੀ ਪਿੰਡ ਨਜ਼ਰ ਆ ਜਾਵੇ। ਮੇਰੇ ਜਾਣ ਪਛਾਣ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਅਕਸਰ ਕਹਿੰਦੇ ਨੇ ਵੀ ਅਸੀਂ ਪੰਜਾਬ ਆਉਣਾ ਚਾਹੁੰਦੇ ਹਾਂ, ਅਸੀਂ ਦੇਖਣਾ ਚਾਹੁੰਦੇ ਹਾਂ, ਪਰ ਇਸ ਹੀ ਚੀਜ਼ ਦੇ ਵਿੱਚ ਕਿੰਨਾ ਸਮਾਂ ਲੰਘ ਜਾਂਦਾ ਕਿ ਪਰਮਿਸ਼ਨਸ ਕਦੋਂ ਮਿਲਣਗੀਆਂ, ਲਾਂਘੇ ਕਦੋਂ ਓਪਨ ਹੋਣਗੇ, ਔਰ ਮੈਨੂੰ ਲੱਗਦਾ ਕਿ ਹਲੇ ਵੀ ਉਹ ਬਹੁਤ ਦੂਰ ਦੇ ਘਰ ਨੇ। ਬਿਲਕੁਲ ਉਹ ਦੂਰ ਦੇ ਘਰ ਹੈ, ਪਰ ਇਹ ਹੈ ਵੀ ਇਹ ਮਾਹੌਲ ਵੀ ਅਸੀਂ ਬਣਾਵਾਂਗੇ ਜਾਂ ਤਿਆਰ ਕਰਨਾ ਪਊਗਾ ਆਮ ਲੋਕਾਂ ਦੇ ਵਿੱਚ ਜਦ ਤੱਕ ਇਹ ਡਿਮਾਂਡ ਨਹੀਂ ਉੱਠਦੀ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਦੋਵਾਂ ਪਾਸਿਓਂ ਜਿਹੜਾ ਸ਼ੱਕ ਦੀ ਉਹ ਹੈ ਨਾ, ਇਹ ਸ਼ੱਕ ਦੀ ਰਾਜਨੀਤੀ ਜਾਂ ਸ਼ੱਕ ਦਾ ਜਿਹੜਾ ਆਪਾਂ ਸੋਚ ਰੱਖਦੇ ਹਾਂ ਇਹ ਖਤਮ ਹੋਣੀ ਚਾਹੀਦੀ ਹੈ। ਆਮ ਬੰਦਿਆਂ ਦੀਆਂ ਭਾਵਨਾਵਾਂ ਕੋਮਲ ਹੀ ਹੁੰਦੀਆਂ, ਹਰੇਕ ਵਾਰ ਆਮ ਬੰਦਾ ਅੱਤਵਾਦੀ ਨਹੀਂ ਹੁੰਦਾ ਜੀ, ਜਿਹੜੀਆਂ ਕਿ ਸਰਕਾਰਾਂ ਦੇਖਦੀਆਂ ਹਨ। ਹੁਣ ਸਾਡੇ ਲਈ ਤਾਂ ਨੁਕਸਾਨ ਇਹ ਹੈ ਕਿ ਮਤਲਬ ਮੈਂ ਜਦੋਂ ਪੰਜਾਬ ਨੂੰ ਦੇਖਦਾ ਤਾਂ ਪੰਜਾਬ ਦੇ ਵਿੱਚ ਜਿਹੜਾ ਇੱਥੇ ਦਾ ਰਾਜ ਬਣਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਹਦੇ ਸਭ ਤੋਂ ਵੱਡੇ ਚਿੰਨ੍ਹ ਜਿਹੜੇ ਸੀ ਲਾਹੌਰ ਦੇ ਜਾਂ ਹੋਰ ਸਾਰਾ ਕੁਝ ਸਾਡਾ ਉੱਥੇ ਰਹਿ ਗਿਆ, ਸਾਡਾ ਨਨਕਾਣਾ ਸਾਹਿਬ ਉੱਥੇ ਹੈ ਜੀ। ਤਾਂ ਜਦ ਅਸੀਂ ਇੱਕ ਕਲਪਨਾ ਕਰਦੇ ਹਾਂ ਤੇ ਅਸੀਂ ਸੋਚਦੇ ਹਾਂ ਵੀ ਅਸੀਂ ਜਾਵਾਂਗੇ ਬਿਨਾਂ ਰੋਕ ਟੋਕ ਜਾ ਸਕੀਏ, ਵੀ ਜੇ ਤਾਂ ਯੂਰਪ ਦਾ ਬੰਦੇ ਆ ਆਪਸ 'ਚ ਚਲੇ ਜਾ ਸਕਦੇ ਕਿਤੇ ਵੀ, ਤੇ ਇਹੀ ਭਾਵਨਾ ਸਾਡੇ ਵਿੱਚ ਰਹਿੰਦੀ ਹੈ ਤੇ ਅਸੀਂ ਇਸ ਚੀਜ਼ ਨੂੰ ਰਾਜਨੀਤਿਕ ਤੌਰ ਤੇ ਵੀ ਉਭਾਰਨਾ ਚਾਹੁੰਦੇ ਹਾਂ ਤੇ ਗੱਲ ਕਰਦੇ ਹਾਂ। ਪਰ ਅਸਲ 'ਚ ਕੀ ਹੋ ਗਿਆ ਵੀ ਸਰਕਾਰਾਂ ਨੇ ਵੀ ਆਮ ਬੰਦੇ ਨੂੰ ਉੱਥੇ ਤੱਕ ਹੀ ਸੀਮਿਤ ਕਰ ਦਿੱਤਾ ਵੀ ਜਿੱਥੇ ਉਹ ਰੋਟੀ ਜਾਂ ਕੱਪੜਾ ਮਕਾਨ ਤੋਂ ਇਲਾਵਾ ਕੁਝ ਸੋਚ ਹੀ ਨਹੀਂ ਸਕਦਾ। ਹਾਲਾਂਕਿ ਇਹ ਜ਼ਰੂਰਤਾਂ ਤਾਂ ਮੁੱਢਲੀਆਂ ਸੀਗੀਆਂ, ਸਰਕਾਰਾਂ ਉਸ ਚੀਜ਼ 'ਚ ਵੀ ਨਾਕਾਮ ਰਹੀਆਂ ਜੀ। ਸੋ ਜਦ ਤੱਕ ਸਰਕਾਰਾਂ ਲੋਕਾਂ ਨੂੰ ਮਤਲਬ ਕਿ ਰੋਟੀ ਕੱਪੜੇ ਦੀ ਗਰੰਟੀ ਤੋਂ ਇਲਾਵਾ ਜਿਹੜਾ ਇਹ ਤਾਂ ਕਿਉਂਕਿ ਮੁੱਢਲੀ ਜ਼ਰੂਰਤ ਹੈ ਜੀ, ਬਾਕੀ ਲੈਵਲ ਤੇ ਵੀ ਉਹਨਾਂ ਦੀ ਚੇਤਨਤਾ ਦੇ ਵਿੱਚ ਆ ਚੀਜ਼ਾਂ ਨਹੀਂ ਵਸਾ ਪਾਉਂਦੀ, ਤਦ ਤੱਕ ਮੈਨੂੰ ਲੱਗਦਾ ਇਹ ਥੋੜ੍ਹਾ ਮੁਸ਼ਕਿਲ ਹੋਵੇਗਾ। ਪਰ ਫਿਰ ਵੀ ਇਹ ਹੈ ਵੀ ਜਦ ਤੱਕ ਇੱਕ ਸਮੂਹਿਕ ਚੇਤਨਾ ਦੇ ਵਿੱਚੋਂ ਜੇ ਗੱਲ ਇਹ ਆਵੇਗੀ ਤਾਂ ਮੈਨੂੰ ਲੱਗਦਾ ਵੀ ਅਸੀਂ ਇੱਕ ਫਰੂਟਫੁਲ ਹੱਲ ਵੱਲ ਵੱਧ ਜਾਵਾਂਗੇ। ਤੇ ਮੈਨੂੰ ਲੱਗਦਾ ਕਿ ਆਉਣ ਵਾਲੇ 5-7-10 ਸਾਲ ਦੇ ਵਿੱਚ ਇਹ ਵੀ ਗੱਲ ਆਮ ਹੋ ਜਾਏਗੀ ਕਿ ਜਿਹੜਾ ਇੱਥੇ ਸਾਊਥ ਏਸ਼ੀਆ ਦੇ ਵਿੱਚ ਲਾਂਘੇ ਹੈ ਉਹ ਹੋਰ ਬਣਨਗੇ ਤੇ ਇਸ ਖਿੱਤੇ ਦੀ ਤਰੱਕੀ ਲਈ ਵੀ ਜ਼ਰੂਰਤ ਹੈ, ਕਿਉਂਕਿ ਆਪਾਂ ਜਦੋਂ ਕੁਝ ਆਰਥਿਕ ਹੱਲ ਦੇਖਦੇ ਆ ਨਾ ਜੀ, ਸਾਡੇ ਦੋਵਾਂ ਮੁਲਕਾਂ ਦੀ ਬਜਟ ਦਾ 30% ਹਿੱਸਾ ਤਾਂ ਜਾ ਰਿਹਾ ਡਿਫੈਂਸ ਬਜਟ ਐਗਜ਼ੈਕਟਲੀ ਜੀ। ਸੋ ਜੇ ਆਪਾਂ ਦੇਖਦੇ ਹਾਂ ਵੀ ਰੋਟੀ ਕੱਪੜਾ ਮਕਾਨ ਦੀ ਜ਼ਰੂਰਤ ਹੈ, ਦੋਵੇਂ ਪਾਸੇ ਭੁੱਖਮਰੀ ਹੈ। ਉਹ 30% ਸਾਡਾ ਜਿਹੜਾ ਬਜਟ ਹੈ ਉਹ ਜਦ ਲਾਗੇ ਡਿਫੈਂਸ ਬਜਟ ਰਿਹਾ ਤੇ ਉਹਨੂੰ ਲੈ ਕੇ ਵੀ ਯੂਰਪ ਤੇ ਅਮਰੀਕਾ ਦੀਆਂ ਕੰਪਨੀਆਂ ਜਾ ਰਹੀਆਂ ਤੇ ਉਹਦੇ ਵਿੱਚੋਂ ਸਾਡੇ ਲੋਕਾਂ ਲਈ ਬਚੂਗਾ ਕੀ ਬਚੇਗਾ? ਜਦ ਇਹੀ ਜਿਹੜੀ ਸਾਡੀ ਚਿੰਤਾ ਦੂਰ ਹੋ ਜਾਊਗੀ ਤਾਂ ਆਪਣੇ ਆਪ ਹੀ ਇੱਥੇ ਤਰੱਕੀ ਆ ਜਾਊਗੀ। ਫਿਰ ਰੋਟੀ ਪਾਣੀ ਦੇ ਮਸਲਿਆਂ ਦੀ ਥਾਂ ਇਹੀ ਮਸਲੇ ਹੋਊਗੇ ਵੀ ਜਿਹੜਾ ਸਾਡਾ ਸਾਊਥ ਏਸ਼ੀਆ ਹੈ ਜੀ, ਇਹਦੇ ਵਿੱਚ ਲਾਂਘੇ ਸੌਖੇ ਬਣਨ, ਲੋਕ ਆਮ ਆ ਜਾ ਸਕੇ ਤੇ ਇੱਕ ਦੂਸਰੇ ਦੇ ਸਿਟੀਜ਼ਨ ਨੂੰ ਵੀ, ਆਪਣੇ ਲੋਕਾਂ ਨੂੰ ਤਾਂ ਰੁਜ਼ਗਾਰ ਦਈਏ ਹੀ ਦਈਏ, ਦੋਵਾਂ ਪਾਸੇ ਆਪਾਂ ਰੁਜ਼ਗਾਰ ਦੇ ਵੀ ਜ਼ਰੀਏ ਬਣ ਸਕੀਏ।
ਜੀ। ਸੋ ਇਹੀ ਆ ਵੀ ਇਹੀ ਭਾਵਨਾ ਤੋਂ ਅਸੀਂ ਇੱਕ ਕੰਮ ਕਰਦੇ ਪਏ ਹਾਂ ਵੀ ਇਹ ਲੋਕਾਂ ਦੀ ਮੰਗ ਬਣਾਉਣੀ ਹੈ। ਜੀ। ਜਦੋਂ ਲੋਕਾਂ ਦੀ ਮੰਗ ਹੋਊਗੀ ਸਰਕਾਰਾਂ ਆਪਣੇ ਆਪ ਹੀ ਮਜਬੂਰ ਹੋ ਜਾਣਗੀਆਂ। ਜੀ, ਆਖਰੀ ਮੇਰਾ ਸਵਾਲ ਤੁਹਾਨੂੰ ਇਹੀ ਹੈ ਕਿ 2017 ਤੋਂ ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਸ਼ਾਮਿਲ ਹੋ ਜਿਨ੍ਹਾਂ ਨੇ ਮਾਫੀਨਾਮੇ ਲਈ ਜੋ ਅਰਦਾਸ ਕੀਤੀ ਸੀ, ਉਹਦੇ ਵਾਸਤੇ ਹੰਭਲਾ ਮਾਰਿਆ ਸੀ। ਸੋ ਹੁਣ ਕਾਫੀ ਸਾਲ ਹੋ ਗਏ ਆ, ਕਰੀਬਨ 5 ਸਾਲ ਹੋ ਗਏ ਆ, ਤਾਂ ਕੀ ਲੱਗਦਾ ਹੈ ਕਿ ਸਰਕਾਰਾਂ ਦੇ ਕੰਨ ਤੇ ਜੂੰ ਜਿਹੜੀ ਉਹ ਸਰਕੀ ਹੈ? ਜੇ ਸਰਕੀ ਹੈ ਤਾਂ ਕਿੰਨੀ ਕੁ, ਜੇ ਨਹੀਂ ਤਾਂ ਹੋਰ ਕੁਝ ਕੀ ਕਰਨ ਦੀ ਜ਼ਰੂਰਤ ਹੈ? ਦੇਖੋ 2017 ਤੋਂ ਸਾਡਾ ਇੱਕ ਮਸੂਦਾ ਜਿਹੜਾ ਸੀਗਾ ਡਾਕਟਰ ਗਾਂਧੀ ਰਾਹੀਂ ਅਸੀਂ ਸੰਸਦ 'ਚ ਚੱਕਿਆ ਸੀ ਸਵਾਲ ਜੀ। ਤੇ ਉਹ ਮੈਡਮ ਸੁਸ਼ਮਾ ਸਵਰਾਜ ਜੀ ਸੀ, ਉਹਨਾਂ ਨੇ ਬਹੁਤ ਹਾਂ ਪੱਕੀ ਹੁੰਗਾਰਾ ਦਿੱਤਾ ਸੀਗਾ। ਸੋ ਉਸ ਤੋਂ ਬਾਅਦ 2-3 ਸਾਲ ਤੋਂ ਕੁਝ ਮਤਲਬ ਇੰਡੀਆ ਪਾਕਿਸਤਾਨ ਦੇ ਰਿਲੇਸ਼ਨ ਵੈਸੇ ਸਸਪੈਂਡ ਹੋ ਗਏ ਆ ਜਾਂ ਥੋੜਾ ਟੈਨਸ਼ਨ ਵਾਲੇ ਆ ਗਏ ਆ, ਤਾਂ ਉਸ ਇੱਕ ਪ੍ਰੋਸੈਸ ਨੂੰ ਸੱਟ ਜ਼ਰੂਰ ਲੱਗੀ ਸੀ। ਪਰ ਅਸੀਂ ਹੋਪਫੁਲ ਹੈਗੇ ਆ ਵੀ ਉਸ ਬਾਰੇ ਵੀ ਦੁਬਾਰਾ ਉਸ ਚੀਜ਼ ਨੂੰ ਲੈ ਕੇ ਆਈਏ, ਰਾਹ 'ਤੇ ਲੈ ਕੇ ਆਈਏ। ਤਾਂ ਮੈਨੂੰ ਲੱਗਦਾ ਵੀ ਇਹ ਕੋਈ ਐਡੀ ਅਸੰਭਵਤਾ ਵਾਲੀ ਗੱਲ ਨਹੀਂ ਹੈਗੀ। ਜੇ ਸਾਡੇ ਪ੍ਰਧਾਨ ਮੰਤਰੀ ਜੀ ਉਹ ਨਵਾਜ਼ ਸ਼ਰੀਫ ਉਹਨਾਂ ਦੇ ਪਰਿਵਾਰਕ ਫੰਕਸ਼ਨ 'ਚ ਜਾ ਸਕਦੇ ਆ, ਤੇ ਆਮ ਲੋਕਾਂ ਦੇ ਵੀ ਹੱਕ ਹੈਗੇ ਆ। ਬਿਲਕੁਲ। ਉਹਦੇ ਨਾਲ ਉਹ ਚੰਗੇ ਆਪਾਂ ਜੇ ਸੋਚੀਏ ਭਵਿੱਖ ਦੇ ਲਈ, ਜੇ ਚੰਗੇ ਸੰਬੰਧਾਂ ਦੀ ਆਸ ਕਰਨੀ ਹੈ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਲੋਕ ਜਿਹੜੇ ਅੱਤਵਾਦੀ ਬਣ ਜਾਣਗੇ। ਸੋ ਮੈਨੂੰ ਲੱਗਦਾ ਹੈ ਵੀ ਸਰਕਾਰਾਂ ਨੂੰ ਆਖਰਕਾਰ ਇਸ ਰਾਹ 'ਤੇ ਆਉਣਾ ਹੀ ਪਊਗਾ। ਫਿਰ ਇੱਕ ਚੀਜ਼ ਇਹ ਹੈ ਵੀ ਆਪਾਂ ਉਸ ਵੇਲੇ ਤੋਂ 17 ਤੋਂ ਪਹਿਲਾਂ ਤੋਂ ਹੀ ਆਪਾਂ ਕਰਤਾਰਪੁਰ ਸਾਹਿਬ ਦੀ ਕੈਂਪੇਨ 'ਚ ਵੀ ਲੱਗੇ ਹੋਏ ਹਾਂ ਜੀ। ਉਸ ਵੇਲੇ ਤੋਂ ਹੀ ਈਵਨ ਅਸੀਂ ਇੰਟਰਨੈਸ਼ਨਲੀ ਕੈਂਪੇਨ ਕੀਤਾ ਸੀ। ਉਹਦੇ ਵਿੱਚ ਰਾਜਮੋਹਨ ਗਾਂਧੀ ਸਾਹਿਬ ਸਾਡੇ ਨਾਲ ਸ਼ਾਮਲ ਹੋਏ ਸੀ, ਇਸ਼ਤਿਆਕ ਅਹਿਮਦ ਸਾਹਿਬ ਉੱਧਰੋਂ ਸ਼ਾਮਲ ਹੋਏ ਸੀਗੇ। ਇੱਕ ਨੈਟਵਰਕ ਮਤਲਬ ਆਹ ਗੱਲ ਨੂੰ ਆਪਾਂ ਅੱਗੇ ਲੈ ਕੇ ਜਾਂਦੇ ਆ ਰਹੇ ਸੀ ਲਾਂਘੇ ਲਈ ਵੀ ਕਿਉਂ ਜ਼ਰੂਰੀ ਹੈ। ਜੇ ਲਾਂਘਾ ਖੁੱਲ੍ਹਿਆ 5-6 ਸਾਲਾਂ 'ਚ ਤਾਂ ਐਟਲੀਸਟ ਇੱਕ ਫਰੂਟਫੁਲ ਕੰਮ ਤਾਂ ਹੋਇਆ। ਹਾਂ ਪੱਕੀ ਗੱਲ ਤਾਂ ਹੋਈ ਹੈ। ਆਪਾਂ ਮਤਲਬ ਜੇ 10 ਚੀਜ਼ਾਂ ਉਹਨਾਂ ਦੀ ਨਕਾਰ ਦਈਏ ਤਾਂ ਇਹ ਗੱਲ ਤਾਂ ਯਾਦਗਾਰ ਹੀ ਰਹੂਗੀ ਵੀ ਈਵਨ ਕਿ ਆਪਾਂ ਦੇਖਦੇ ਹਾਂ ਵੀ ਮੋਦੀ ਸਰਕਾਰ ਜਿਹੜੀ ਹੈ ਉਹਦੀ ਇਮੇਜ ਮਤਲਬ ਥੋੜ੍ਹੀ ਨੈਗੇਟਿਵ ਹੈ ਪੰਜਾਬ ਦੇ ਵਿੱਚ, ਪਰ ਫਿਰ ਵੀ ਉਹਨਾਂ ਦੇ ਦੌਰ 'ਚ ਆ ਕੇ ਲਾਂਘਾ ਖੁੱਲ੍ਹ ਜਾਣਾ ਮੈਨੂੰ ਲੱਗਦਾ ਇਹ ਵੱਡੀ ਜਿੱਤ ਹੈ। ਤੇ ਸਰਕਾਰਾਂ ਦਾ ਵੀ ਮਤਲਬ ਇਹ ਸਰਾਹਨਯੋਗ ਕੰਮ ਹੈਗਾ, ਚਾਹੇ ਉਹ ਪਾਕਿਸਤਾਨ ਦੀ ਸਰਕਾਰ ਹੈ ਜਾਂ ਭਾਰਤ ਦੀ ਸਰਕਾਰ ਹੈ। ਬਸ ਹੁਣ ਮਸਲਾ ਇਹ ਹੈ ਵੀ ਜਿਹੜਾ ਥੋੜ੍ਹਾ ਇੱਕ ਯਕੀਨ ਟੁੱਟ ਰਿਹਾ ਤੇ ਉਹਦੇ ਵਿੱਚ ਕਈ ਲੋਕ ਚੌਥੇ ਕੁ ਦਿਨ ਕੋਈ ਅਫਸਰ ਵੀ ਬਿਆਨ ਦੇ ਦਿੰਦੇ ਆ ਜੀ ਉੱਥੋਂ ਮਿਲੀਟੈਂਟ ਟ੍ਰੇਨਡ ਹੋ ਕੇ ਆਊਗੇ, ਜਾਂ ਇਹ ਡਰ ਹੈ ਨਾ, ਇਹ ਡਰ ਖਤਮ ਕਰਨ ਦੀ ਲੋੜ ਹੈ। ਤੇ ਸਰਕਾਰਾਂ ਨੂੰ ਮਤਲਬ ਖੁੱਲ੍ਹ ਦਿਲੀ ਨਾਲ ਇਸ ਰਾਹ 'ਤੇ ਲੈ ਕੇ ਆਉਣਾ ਚਾਹੀਦਾ। ਇਹਦੇ ਵਿੱਚੋਂ ਆਪਣੇ ਰਾਜਨੀਤਿਕ ਏਜੰਡੇ ਨਹੀਂ ਲੱਭਣੇ ਚਾਹੀਦੇ। ਸੋ ਮੈਨੂੰ ਲੱਗਦਾ ਵੀ ਜੇਕਰ ਆਪਾਂ 5-6 ਸਾਲ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਹੀ ਲੈ ਲਿਆ ਤਾਂ ਉਹ ਇੱਕ ਵੱਡੀ ਜਿੱਤ ਹੈ ਜੀ। ਮਤਲਬ ਇਹਦੇ ਲਈ ਹਾਲਾਂਕਿ ਕਰਤਾਰਪੁਰ ਸਾਹਿਬ ਲਾਂਘੇ ਲਈ 1992 ਤੋਂ ਮਤਲਬ ਲੋਕ ਲਾਮਬੰਦੀ ਕਰ ਰਹੇ ਆ, ਵਡਾਲਾ ਸਾਹਿਬ ਅਰਦਾਸਾਂ ਕਰਦੇ ਕਰਦੇ ਚਲੇ ਗਏ। ਸੋ ਜੇ ਆਹ ਚੀਜ਼ ਹੋ ਗਈ ਹੈ ਤਾਂ ਮੈਨੂੰ ਲੱਗਦਾ ਆਸ ਹੈਗੀ ਹੈ ਕਿ ਹੋਰ ਚੀਜ਼ਾਂ ਵੀ ਅਸੀਂ ਹਾਸਲ ਕਰ ਲਵਾਂਗੇ, ਵੀ ਜੋ ਅਸੀਂ ਸੋਚਦੇ ਹਾਂ ਵੀ ਉਹਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਆਪਾਂ ਕੁਛ ਨਾ ਕੁਛ ਤਾਂ ਸਰਕਾਰਾਂ ਕੋਲੋਂ ਬਹਾਲ ਕਰਾਈ ਲਵਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਗੰਗਵੀਰ ਹੋਰਾਂ ਨੇ ਬੜੇ ਕਮਾਲ ਦੀ ਗੱਲ ਕਹੀ ਹੈ ਕਿ ਸਾਨੂੰ ਉਮੀਦ ਦਾ ਪੱਲਾ, ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਕਿਸੇ ਸ਼ਾਇਰ ਨੇ ਵੀ ਬੜਾ ਖੂਬਸੂਰਤ ਕਿਹਾ ਹੈ ਕਿ ਮਿਲਣਾ ਨਾ ਮਿਲਣਾ ਉਸ ਮੁਕੱਦਰ ਦੇ ਹੱਥ ਹੈ, ਮਿਲਣ ਦੀ ਆਸ ਤਾਂ ਕਰੀਏ ਜ਼ਰੂਰ। ਸੋ ਸਾਨੂੰ ਆਸ ਦਾ ਪੱਲਾ ਬਿਲਕੁਲ ਨਹੀਂ ਛੱਡਣਾ ਚਾਹੀਦਾ ਔਰ ਇਸ ਕੈਂਪੇਨ ਦੇ ਵਿੱਚ ਵੱਧ ਤੋਂ ਵੱਧ ਸਾਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ, ਖਾਸ ਤੌਰ ਤੇ ਨੌਜਵਾਨਾਂ ਨੂੰ ਇਸ ਦੇ ਨਾਲ ਜੁੜਨਾ ਚਾਹੀਦਾ। ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਤੁਸੀਂ ਦੇਖਦੇ ਰਹੋ ਦਾ ਅਨਮਿਊਟ।